बहुचर्चित 6000 करोड़ ड्रग रैकेट मामले को लेकर आज सुनवाई हुई सी ते सुनवाई तो बाद जिहड़ा है हालांकि इत्थे एडवोकेट जनरल मौजूद ने ਉਹ 23/5/18 ਤੋਂ ਬਾਅਦ ਕੋਈ ਕੰਸਟਰਕਟਿਵ ਆਰਡਰ ਨਹੀਂ ਪਾਸ ਹੋਇਆ। ਦੁਬਾਰਾ ਪ੍ਰੋਸੀਡਿੰਗਸ ਖੁੱਲ ਗਈਆਂ ਔਰ ਡੇ ਟੂ ਡੇ ਹੀਅਰਿੰਗ ਹੋਏਗੀ ਔਰ ਅੱਜ ਹੀਅਰਿੰਗ ਹੋਈ। ਪਹਿਲਾ ਬੈਂਚ ਸੀਗਾ, ਜਿਹੜਾ ਨਵਾਂ ਬੈਂਚ ਸੀ ਉਹ ਬਦਲ ਗਿਆ ਸੀ। ਨਵੇਂ ਬੈਂਚ ਨੂੰ ਥੋੜਾ ਸਮਝਣ ਨੂੰ ਟਾਈਮ ਉਹਨੂੰ ਜਿਹੜੇ ਫੈਕਟਸ ਆ ਉਹਨਾਂ ਦੇ ਸਾਹਮਣੇ ਤੱਥ ਰੱਖੇ ਗਏ ਕਿ ਇਹ ਕੇਸ ਦੇ ਦੋ ਪਹਿਲੂ ਆ। ਇੱਕ ਤਾਂ ਜਨਰਲ ਡਰੱਗ ਨਾਰਕੋ ਦਾ ਜਿਹੜਾ ਇਸ਼ੂ ਆ, ਇੱਕ ਹੈ ਕੋਈ ਸਪੈਸੀਫਿਕ ਜਿਹੜਾ ਕਿ ਇਹਨਾਂ ਨੇ ਪਹਿਲਾਂ ਡਾਇਰੈਕਸ਼ਨਾਂ ਦਿੱਤੀਆਂ ਸੀ ਜਿਹੜੀ ਕਿ ਇਨਵੋਲਵਮੈਂਟ ਆਫ ਸਰਟਨ ਪੀਪਲ ਇਨ ਦਾ ਨਾਰਕੋ ਜਿਹੜੀ ਇਹ ਡਰੱਗ ਮੈਨੇਸ ਆ, ਡਰੱਗ ਕਾਰਟਲ ਆ, ਉਹਦੇ ਬਾਰੇ। ਉਹ ਸੈਕੰਡ ਇਸ਼ੂ ਜਿਹੜਾ ਸੀ ਉਹਦੀ ਅਰਜੈਂਸੀ ਕਰਕੇ ਹੀ ਕੇਸ ਜਲਦੀ ਸੁਣਵਾਈ ਤੇ ਲਾਇਆ ਗਿਆ। ਮੈਟਰ ਖੁੱਲ੍ਹ ਗਿਆ, ਡੇ ਟੂ ਡੇ ਹੀਅਰਿੰਗ ਹੋਣ ਲੱਗ ਗਈ ਆ। ਰੀਓਪਨਿੰਗ ਤਾਂ ਹੁਣ ਕੱਲ੍ਹ ਛੁੱਟੀਆਂ ਹੋ ਰਹੀਆਂ, ਇਸ ਕਰਕੇ 10 ਦਿਨ ਦਾ ਪੈ ਗਿਆ ਗੈਪ। ਅਦਰਵਾਈਜ਼ ਤਾਂ ਡੇ ਟੂ ਡੇ ਉਹਨਾਂ ਨੇ ਹੀਅਰਿੰਗ ਕਰ ਰਹੇ ਸੀਗੇ। ਹੁਣ ਇਹ ਫਸਟ ਰੀਓਪਨਿੰਗ ਤੇ ਉਸੇ 26 ਤਰੀਕ ਨੂੰ 3 ਵਜੇ ਸਪੈਸ਼ਲ ਆਰਡਰ ਨਾਲ ਇਹ ਕੇਸ ਟੇਕਅਪ ਹੋਏਗਾ ਔਰ ਇਹਦੀ ਹੀਅਰਿੰਗ ਅੱਗੇ ਵਧੂਗੀ। ਔਰ ਅਸੀਂ ਪ੍ਰੈਸ ਕੀਤਾ ਦੁਬਾਰਾ ਕਿ ਇਹਦੇ 'ਚ ਸੈਗਰੀਗੇਟ ਕੀਤਾ ਜਾਵੇ ਇਹ ਇਸ਼ੂ ਕਿ ਜਿਹੜਾ ਪਹਿਲਾਂ ਸੀਲ ਕਵਰ ਵਾਲੀਆਂ ਰਿਪੋਰਟਾਂ ਖੋਲ੍ਹਣ ਨੂੰ ਸਾਰਾ ਪੰਜਾਬ ਦੇਖ ਰਿਹਾ, ਉਹ ਇਸ਼ੂ ਬੜਾ ਅਹਿਮ ਆ। ਉਹਦੇ ਤੇ ਜ਼ਿਆਦਾ ਜਿਹੜੀ ਆ ਅਰਜੈਂਸੀ ਟਰੀਟ ਕਰਕੇ ਉਹ ਇਸ਼ੂ ਸੌਰਟ ਕੀਤਾ ਜਾਵੇ। ਉਹ ਦੋ ਇਸ਼ੂਜ਼ ਜਿਹੜੇ ਆ ਉਹਦੇ ਤੇ ਸਟ੍ਰੈਸ ਕੀਤਾ ਕਿ ਜਲਦੀ ਇਸ ਇਸ਼ੂ ਤੇ ਪਹਿਲਾਂ ਸੁਣਵਾਈ ਕੀਤੀ ਜਾਵੇ। ਕੋਰਟ ਨੇ ਇਸ਼ੂ ਸਾਡਾ ਸੁਣ ਕੇ ਉਹਨਾਂ ਨੇ ਕਿਹਾ ਕਿ ਅਸੀਂ ਛੁੱਟੀਆਂ 'ਚ ਆਪਣਾ ਹੋਮਵਰਕ ਕਰਕੇ ਕਰਾਂਗੇ। ਵੀ ਵਿਲ ਵਰਕ ਐਂਡ ਸੀ ਐਂਡ ਆਲਸੋ ਗੋ ਥਰੂ ਦ ਰਿਪੋਰਟਸ ਐਂਡ ਸੀ ਵਟ ਹੈਜ਼ ਟੂ ਬੀ ਡਨ। 26 ਨੂੰ ਲੱਗਦਾ ਸਰ ਕਿ ਰਿਪੋਰਟਸ ਖੁੱਲਣਗੀਆਂ, ਕੋਰਟ ਗੋ ਥਰੂ ਕਰੇਗਾ ਕਿਉਂਕਿ ਕੋਰਟ ਨੇ ਕਿਹਾ ਕਿ ਵੀ ਵਿਲ ਡੂ ਆਵਰ ਹੋਮਵਰਕ ਇਨ ਦ ਹੌਲੀਡੇਜ਼। ਦਿਸ ਇਜ਼ ਨਾਓ ਫॉर द ਕੋਰਟ ਟੂ ਡਿਸਾਈਡ ਵੈਦਰ ਦੇ ਵਾਂਟ ਟੂ ਓਪਨ, ਵੈਦਰ ਦੇ ਵਾਂਟ ਟੂ ਸੀ ਫॉर themselves, they can if they want। So this is what has been projected to the court। ਦਿਓਲ ਸਰ, ਹਲੇ ਵੀ ਇੱਕ ਕਨਫਿਊਜ਼ਨ ਜਿਹੜੀ ਹੈ ਲਗਾਤਾਰ ਸਾਹਮਣੇ ਆਉਂਦੀ ਹੈ ਕਿ 2018 ਚ ਜਿਹੜੀ ਐਸਟੀਐਫ ਤੇ ਐਸਆਈਟੀ ਦੀ ਰਿਪੋਰਟ ਦਿੱਤੀਆਂ ਸੀ ਕਿ ਉਹਨੂੰ ਉਸ ਤੇ ਕਾਰਵਾਈ ਕਰਨ ਤੇ ਕੋਈ ਸਟੇ ਹਾਈ ਕੋਰਟ ਨੇ ਲਗਾਇਆ ਸੀ? ਉਹਦੇ ਤੇ ਸਟੇ ਇਸ ਤਰ੍ਹਾਂ ਹੁੰਦਾ ਕਿਉਂਕਿ ਇਹ ਐਫਆਈਆਰ ਜਿਹੜੀ ਆ ਕੋਈ ਹਾਲੇ ਰਜਿਸਟਰ ਨਹੀਂ ਹੋਈ। ਇਹ ਕੋਰਟ ਮੋਨੀਟਰ ਇਨਵੈਸਟੀਗੇਸ਼ਨ ਆ, ਕੋਰਟ ਔਨ ਇਟਸ ਓਨ ਮੋਸ਼ਨ। ਜਦੋਂ ਕੇਸ ਕੋਰਟ ਔਨ ਇਟਸ ਓਨ ਮੋਸ਼ਨ ਹੋਵੇ ਤੇ ਕੋਰਟ ਰਿਪੋਰਟ ਆਪਣੀ ਜਿਹੜੀ ਆ ਆਪਣੇ ਲੈਵਲ ਤੇ ਸੀਲ ਕਵਰ 'ਚ ਮੰਗਾਵੇ ਤਾਂ ਉਹਦੇ ਉਸ ਲੈਵਲ ਤੱਕ ਜਿੰਨਾ ਚਿਰ ਉਹ ਕੋਰਟ ਇਜਾਜ਼ਤ ਨਹੀਂ ਦਿੰਦੀ ਜਾਂ ਕੋਰਟ ਡਾਇਰੈਕਸ਼ਨ ਸਟੇਟ ਨੂੰ ਨਹੀਂ ਦਿੰਦੀ ਕਿ ਤੁਸੀਂ ਪ੍ਰੋਸੀਡ ਕਰੋ, ਇਟ ਵੁੱਡ ਨਾਟ ਬੀ ਪ੍ਰੋਪਰ। ਠੀਕ ਹੈ। ਦੇਖੋ, ਅੱਜ ਇੱਕ ਬੜੀ ਸ਼ਾਨਦਾਰ ਗੱਲ ਹੋਈ ਕਿ ਜਿਸ ਸ਼ਖਸ ਨੇ ਇਹ ਕੇਸ ਨੂੰ ਸ਼ੁਰੂ ਕੀਤਾ ਸੀਗਾ, ਜਿਹਨੂੰ ਮੈਂ ਲੈ ਕੇ ਆਇਆ ਸੀਗਾ, ਸ਼ਸ਼ੀ ਕਾਂਤ ਜੀ, ਡੀਜੀਪੀ ਪ੍ਰਿਜ਼ਨਸ, ਜਿਹੜੇ ਕਹਿੰਦੇ ਸੀਗੇ ਜੀ ਕਿ ਮੈਂ ਡਰੱਗਸ ਤੇ ਬੜਾ ਵੱਡਾ ਕੰਮ ਕਰਨਾ ਚਾਹੁੰਦਾ ਤੇ ਮੈਂ ਅਦਾਲਤ ਨੂੰ ਕੁਝ ਦੱਸਣਾ ਚਾਹੁੰਦਾ, ਤੇ ਅਸੀਂ ਉਹਨਾਂ ਤੋਂ ਪਟੀਸ਼ਨ ਇੱਕ ਡਰਾਫਟ ਕਰਾ ਕੇ ਅਦਾਲਤ ਵਿੱਚ ਫਾਈਲ ਕੀਤੀ। ਤੇ ਉਸ ਤੋਂ ਬਾਅਦ ਉਹ ਮੈਂ ਵੀ ਉਹਨਾਂ ਵਾਸਤੇ ਪੇਸ਼ ਹੁੰਦਾ ਰਿਹਾ ਤੇ ਅਲੱਗ ਲਾਇਰਸ ਫॉर ਹਿਊਮਨ ਰਾਈਟਸ ਵੀ ਪੇਸ਼ ਹੁੰਦੇ ਰਹੇ। ਤੇ ਫਿਰ ਉਹ 2017 'ਚ ਗਾਇਬ ਹੋ ਗਏ ਸੀਗੇ। ਉਹ ਅੱਜ ਪ੍ਰਗਟ ਹੋਏ ਨੇ ਤੇ ਉਹ ਕਹਿੰਦੇ ਨੇ ਜੀ ਕਿ ਬਾਕੀ ਸਾਰੇ ਮਸਲੇ ਜਿਹੜੇ ਹੈਗੇ ਬੜੇ ਇੰਪੋਰਟੈਂਟ ਹੈਗੇ ਨੇ, ਉਹ ਤੁਸੀਂ ਦੇਖੋ। ਤੇ ਉਹਨਾਂ ਦੇ ਵਕੀਲ ਸਾਹਿਬ ਕਹਿੰਦੇ ਵੀ ਰਿਪੋਰਟਾਂ ਤੇ ਜ਼ਿਆਦਾ ਧਿਆਨ ਨਾ ਦਿਓ, ਇਹ ਪੋਲੀਟੀਕਲ ਗੱਲਾਂ ਨੇ। ਸੋ ਕਹਿਣ ਦਾ ਮਤਲਬ ਇਹ ਵੇ ਕਿ ਕਿਸੇ ਨਾ ਕਿਸੇ ਧਿਰ ਨੇ ਸ਼ਸ਼ੀ ਕਾਂਤ ਹੋਰਾਂ ਨੂੰ ਜਗਾਇਆ ਹੈ ਵੀ ਤੁਸੀਂ ਸਾਨੂੰ ਬਚਾਓ ਤੇ ਇਹ ਰਿਪੋਰਟਾਂ ਨਾ ਖੁੱਲ੍ਹਣ। ਸੋ ਅਜੀਬ ਤਰੀਕਾ ਹੈ। ਅਦਾਲਤ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਰਿਪੋਰਟ ਜਿਹੜੀਆਂ ਨਾ ਖੁੱਲ੍ਹੇ। ਅਸੀਂ ਅਦਾਲਤ ਨੂੰ ਕਿਹਾ ਵੀ ਸਭ ਤੋਂ ਜ਼ਰੂਰੀ ਮਸਲਾ ਹੀ ਹੋਈ ਹੈ ਵੀ ਜਿਹੜੀ ਪੁਲਿਸ ਵਾਲਿਆਂ ਦੇ ਖਿਲਾਫ ਇਨਕੁਆਇਰੀ ਰਿਪੋਰਟ ਹੈ ਜਾਂ ਪੋਲੀਟੀਸ਼ੀਅਨ ਦੇ ਖਿਲਾਫ ਇਨਕੁਆਇਰੀ ਰਿਪੋਰਟ ਹੈ, ਉਹਨੂੰ ਇਮੀਡੀਏਟਲੀ ਖੋਲ੍ਹਿਆ ਜਾਵੇ। ਐਂਡ ਅਸੀਂ ਆਪ ਸਮਝਦੇ ਹਾਂ ਵੀ ਬੜਾ ਇੰਪੋਰਟੈਂਟ ਹੈ। ਸਾਰਾ ਪੰਜਾਬ ਦੇਖ ਰਿਹਾ, ਅਦਾਲਤਾਂ ਵੱਲ ਦੇਖ ਰਿਹਾ, ਸਾਡੇ ਤੋਂ ਸਵਾਲ ਕਰਦਾ ਵੀ ਇਹਦੇ ਤੇ ਇਨਸਾਫ ਹੋਣਾ ਕਿ ਨਹੀਂ ਹੋਣਾ। ਕੀ ਇਹਨੇ ਵੱਡੇ ਜਿਹੜੇ ਮੁਲਜ਼ਮ ਹੈਗੇ ਨੇ ਉਹ ਕਾਨੂੰਨ ਤੋਂ ਪਰੇ ਨੇ? ਸੋ ਜੱਜ ਸਾਹਿਬ ਨੇ ਕਿਹਾ ਵੀ ਇਹ ਸਭ ਕੁਝ ਜਿਹੜਾ ਹੈਗਾ ਛੁੱਟੀਆਂ 'ਚ ਅਸੀਂ ਦੋਨੋਂ ਪੜ੍ਹਾਂਗੇ, ਰਿਪੋਰਟਾਂ ਨੂੰ ਵੀ ਪੜ੍ਹਾਂਗੇ ਤੇ 26 ਤਰੀਕ ਨੂੰ ਜਿਹੜਾ ਹੈਗਾ ਅਸੀਂ ਅੱਗੇ ਕਾਰਵਾਈ ਸ਼ੁਰੂ ਕਰਾਂਗੇ। ਪਰ ਲੱਗਦਾ ਸਾਨੂੰ ਜੱਜ ਸਾਹਿਬ ਇਹ ਗੱਲ ਸਮਝ ਗਏ ਨੇ ਬਈ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਰਿਪੋਰਟਾਂ ਨਾ ਖੁੱਲ੍ਹਣ। ਸਨੋਪਸਿਸ ਅਸੀਂ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕੀਤਾ ਸੀ, ਉਹਦੇ 'ਚ ਅਸੀਂ 13 ਪੁਆਇੰਟ ਜਿਹੜੇ ਨੇ ਹਾਈਲਾਈਟ ਕੀਤੇ ਨੇ ਵੀ ਜਿਹੜੇ 2013 ਤੋਂ ਲੈ ਕੇ ਅੱਜ ਤੱਕ ਕੋਰਟ ਨੇ ਡੀਲ ਕੀਤੇ ਨੇ। ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਇਹ ਜਿਹੜੇ ਬਾਕੀ ਪੁਆਇੰਟਸ ਨੇ ਉਹ ਇੰਨੇ ਇੰਪੋਰਟੈਂਟ ਨਹੀਂ ਹੈ। ਇੰਪੋਰਟੈਂਟ ਇਨ ਦ ਸੈਂਸ ਕਿ ਲੌਂਗ ਟਰਮ ਪਲੈਨਿੰਗਸ ਹੈਗੀਆਂ ਨੇ, ਉਹਦੇ ਟਾਈਮ ਲੱਗੇਗਾ। ਸਭ ਤੋਂ ਜ਼ਰੂਰੀ ਇਹ ਵੇ ਕਿ ਰਿਪੋਰਟਾਂ ਨੂੰ ਖੋਲ੍ਹਿਆ ਜਾਵੇ। ਐਸਆਈਟੀ ਦੀ ਰਿਪੋਰਟ ਵੀ ਹੋਵੇ, ਐਸਟੀਐਫ ਦੀ ਹੋਵੇ, ਜਿਹੜੇ ਪੁਲਿਸ ਵਾਲੇ ਮੁਜਰਮ ਨੇ ਉਹਨਾਂ ਨੂੰ ਸਜ਼ਾਵਾਂ ਮਿਲ ਸਕਣ। ਮਿਲਣੀਆਂ ਜਾਂ ਨਹੀਂ ਮਿਲਣੀਆਂ, ਅੱਗੇ ਚੱਲਣਾ ਕਿ ਨਹੀਂ ਚੱਲਣਾ, ਪੋਲੀਟੀਸ਼ੀਅਨ ਨੂੰ ਤੁਸੀਂ ਹੱਥ ਪਾਣਾ ਕਿ ਨਹੀਂ ਪਾਣਾ, ਕਿਉਂਕਿ ਸਰਕਾਰ ਇਹ ਬਹਾਨਾ ਬਣਾ ਰਹੀ ਹੈ ਕਿ
ਜਿਹੜੀ ਹੈ ਹਾਈ ਕੋਰਟ 'ਚ ਕਿਉਂਕਿ ਕੇਸ ਪੈਂਡਿੰਗ ਹੈ, ਅਸੀਂ ਅੱਗੇ ਨਹੀਂ ਚੱਲ ਸਕਦੇ। ਸਾਡਾ ਇਹ ਕਹਿਣਾ ਵੀ ਹਾਈ ਕੋਰਟ ਵੱਲੋਂ ਕੋਈ ਸਟੇ ਨਹੀਂ ਹੈ। ਪਿਛਲੀ ਪੇਸ਼ੀ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ, ਜਸਟਿਸ ਰਾਜਨ ਗੁਪਤਾ ਹੋਰਾਂ ਦੇ ਜਦੋਂ ਕੇਸ ਲੱਗਿਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਇਹ ਰਿਪੋਰਟਾਂ ਖੋਲ੍ਹੋ, ਕਿਉਂਕਿ ਸਰਕਾਰ ਹੈ ਬਹਾਨਾ ਲਗਾ ਕੇ ਕੰਮ ਨਹੀਂ ਕਰ ਰਹੀ। ਉਹ ਕਹਿੰਦੇ ਇਸ ਤਾਂ ਕੋਈ ਸਟੇ ਨਹੀਂ ਕੀਤੀ ਹੋਈ। ਲੇਕਿਨ ਸਰਕਾਰ ਦੀ ਕੋਸ਼ਿਸ਼ ਇਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਉਹ ਸਟੈਂਡ ਲੈ ਚੁੱਕੇ ਨੇ ਵੀ ਅਸੀਂ ਨਹੀਂ ਕਰ ਸਕਦੇ ਜਦ ਤੱਕ ਜੱਜ ਸਾਹਿਬ ਉਹ ਰਿਪੋਰਟਾਂ ਨੂੰ ਖੋਲ੍ਹਣ ਨਾ। ਤੇ ਅਸੀਂ ਇਹੀ ਬੇਨਤੀ ਜੱਜ ਸਾਹਿਬ ਨੂੰ ਕੀਤੀ ਹੈ ਵੀ ਬਹੁਤ ਸਮਾਂ ਹੋ ਗਿਆ, ਦੋਨੋਂ ਰਿਪੋਰਟਾਂ ਨੂੰ ਖੋਲ੍ਹੋ। ਜਿਹੜੇ ਪੁਲਿਸ ਵਾਲੇ ਜਿਹੜੇ ਨੇ ਪ੍ਰੋਸੀਕਿਊਟ ਕਰਨ ਦੀ ਲੋੜ ਹੈ ਉਹਨਾਂ ਨੂੰ ਵੀ ਕਰੋ। ਜੇ ਕੋਈ ਪੋਲੀਟੀਸ਼ੀਅਨ ਦੀ ਇਨਵੋਲਵਮੈਂਟ ਹੈਗੀ ਹੈ, ਇੰਟਰਨੈਸ਼ਨਲ ਡਰੱਗ ਰੈਕਟ ਹੈਗਾ, ਉਹਨੂੰ ਸਾਰਿਆਂ ਨੂੰ ਅਨਰੇਵਲ ਕਰਨ ਲਈ ਲੋਕਾਂ ਦਾ ਵਿਸ਼ਵਾਸ ਬਣੇ ਸਿਸਟਮ ਵਿੱਚ। ਇਸ ਬਹੁਤ ਜ਼ਰੂਰੀ ਹੈ कि रिपोर्टां छेती छेती खोली जाए। देखिए, ड्रग से पंजाब में इस रीजन में जो नशे का व्यापार बढ़ता जा रहा है उसको लेकर 2013 से केस की सुनवाई चल रही है और आखिरी सुनवाई इसमें इफेक्टिव 2019 में हुई थी। जो दिशा निर्देश कोर्ट ने भारत सरकार को दिए थे, ईडी को दिए थे, फॉरेन अफेयर्स मिनिस्ट्री को दिए थे, होम मिनिस्ट्री को दिए थे, हमने वो सब कंप्लाई करके सील्ड कवर में रिपोर्ट पहले से वहाँ फाइल की हुई है। आज भी मैंने उनसे कहा है कि क्योंकि आखिरी रिपोर्ट 2019 में फ़ाइल की गई थी, इस 2 साल के दौरान और डेवलपमेंट्स हुई हैं। जैसे कुछ लोग नशे में जो संलिप्त थे वो बाहर चले गए हैं, कनाडा से, बाकी देशों से, उनको वापस लेकर आना है। उनकी एक्सट्रेडिशन के लिए हम प्रयास कर रहे हैं। कुछ लोगों पर केस चल रहे हैं, ईडी ने भी आगे कार्रवाई की है। तो जज साहब ने कहा है कि आपकी जो 2 साल की आगे की कार्रवाई आपने की है वो आप तैयार रखिए और जब अगली तारीख पर सुनवाई होगी तो हम इसको रिकॉर्ड पर लेना चाहेंगे। हमने भारत सरकार की तरफ से आज ये भी बताया कि नशे के मामले में सरकार पूरी तरह से गंभीर है और इसको रोकने के लिए नशे का इस्तेमाल पाकिस्तान से आ रहा है, बाहर से आ रहा है, पूरे इफेक्टिव कदम हम उठा रहे हैं। और कल भारत सरकार ने एक नोटिफिकेशन जारी करके बीएसएफ को बॉर्डर के 15 किलोमीटर तक जो पहले उसको पावर थी कि वो किसी भी व्यक्ति को पकड़ सकती है, डिटेन कर सकती है, उसको बढ़ाकर 50 किलोमीटर किया है, ताकि अगर कोई पाकिस्तान से नशा लेकर आ रहा है, कोई आर्म्स लेकर आ रहा है, कोई हथियार लेकर आ रहा है, अनवांटेड व्यक्ति आ रहा है, तो 15 किलोमीटर बहुत कम होता है। एक बार वो 15 किलोमीटर पार कर गया जो आधे घंटे में पार कर सकता है, तो फिर बाद में पकड़ना मुश्किल हो जाता था। तो वो हमने जानकारी कोर्ट को आज दे दी है और अगली तारीख पे हम वो भी रिकॉर्ड में रखेंगे। आज जो सुनवाई हुई है उसमें मुख्य तौर पर जो शशिकांत जी के वकील हैं उन्होंने अलग अलग कोर्ट के ऑर्डर पढ़े हैं, जो कार्रवाइयाँ थी वो सारी उनको बताई हैं। अब जज साहब ने अगली कार्रवाई पे जो सुनेंगे सारी बात, सुनने के बाद आगे निर्णय कोर्ट करेगी कि इस दिशा में कैसे बढ़ना है। रिपोर्ट्स सिर्फ 2 या 3 नहीं है जो सील्ड कवर में है, भारत सरकार द्वारा भी जो सील्ड कवर में रिपोर्ट्स फाइल की गई हैं, होम मिनिस्ट्री की भी हैं, एक्सटर्नल अफेयर्स मिनिस्ट्री की भी हैं, ईडी की भी हैं, जो हमने सील्ड कवर में रिपोर्ट फाइल की हैं वो लगभग 10-12 के करीब हैं, वो भी जजेस के सामने पड़ी हुई हैं। एसटीएफ की रिपोर्ट भी उनके सामने पड़ी है। और ये कहने की आवश्यकता नहीं है कि सील्ड रिपोर्ट का मतलब ये होता है कि वो जजों के अलावा कोई और नहीं देख सकता। तो जज साहबान जब भी चाहें उसको खोल के देख सकते हैं, लेकिन कब खोलना है, किसको खोलना है, खोलने के बाद क्या कार्रवाई करनी है, वो सारा का सारा निर्णय जुडिशरी का होता है। हमने कहा है कि हम किसी दोषी को छोड़ने के चक्कर में नहीं है, निर्दोष को छेड़ने के चक्कर में नहीं है। दोषी को छोड़ा नहीं जाएगा, निर्दोष को छेड़ा नहीं जाएगा, ये हमारा स्टैंड है। कोई व्यक्ति हो, हम उसके लिए पूरी कार्रवाई पे तैयार हैं। जैन साहब, 26 को आप कह रहे हैं कि हियरिंग होगी, क्या रूटीन में होगी हियरिंग्स या फिर उसमें भी जैसे डेट्स ही लगेंगी? देखिए, हाई कोर्ट के जो डिवीज़न बेंचेस हैं, पहले इसके लिए दूसरा बेंच था, अब उसमें से माननीय एक जज ने अपना नाम वापस लिया, दूसरों का तबादला हो गया है, अब ये स्पेशल बेंच बना है। लेकिन इस बेंच के सामने सिर्फ यही तो केस नहीं है ना, बाकी केस भी लग रहे हैं, किसी की ट्रांसफ़र का केस है, किसी की प्रॉपर्टी का केस है। तो जजेस ने दोनों में कोऑर्डिनेट करके जो बाकी केस हैं, आज भी लगभग 50 के करीब केस उनकी कोर्ट में थे, तो उनको भी सुनेंगे और इस केस को भी आफ्टर लंच शायद 3 बजे का टाइम उन्होंने दिया, वो सुनेंगे और सुनने के बाद आगे जो भी कार्रवाई करनी होगी कोर्ट कार्रवाई करेगी सुनने के बाद। देखिए, अभी तक जजेस ने सिर्फ ये कहा है कि जो भी अलग अलग लॉयर्स हैं वो अपने अपने सुझाव दें, क्या चाहते हैं, कौन सा विषय पहले लें, क्योंकि इसका एक विषय तो नहीं है। पहली बात, ड्रग कहाँ से आ रही है, फिर उसको कौन लेके आ रहा है, वो कहाँ बेच रहा है, उसके आगे कौन आदमी है जो उसके सब एजेंट्स हैं, कौन कंज्यूम कर रहे हैं, कहाँ के हैं, पंजाब है, हरियाणा है, यूटी है, या आगे देश में कहीं जा रहा है। यानी बहुत बहुत इश्यूज़ हैं इसमें आके। फिर ड्रग डी एडिक्शन सेंटर्स हैं, क्या वो ठीक चल रहे हैं या नहीं चल रहे। फिर जो पुलिस के लोग इनको पकड़ रहे हैं उनकी ट्रेनिंग है या नहीं है, जो बीएस के, अब ये सारे कॉम्प्लिकेटेड इश्यूज़ हैं। अभी जज साहबान सभी वकीलों को ये कह रहे हैं कि आप स्वयं सब बताइए कि हम कौन कौन से इश्यूज़ को इसको स्प्लिट करके सुने और किस किस इशू को पहले सुने, और सुनने के बाद आगे एक एक करके निर्णय लेते जाएंगे। और ये धंधा ऐसा है नशे का, जिसको
मतलब एक रात में आप समाप्त नहीं कर सकते। पंजाब, हरियाणा, यूटी, सेंट्रल गवर्नमेंट सब मिलकर अगर इसको प्रयास करेंगे तब जाकर इसके रिजल्ट्स आएंगे। ਡਰੱਗਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਹੁਣ 26 ਅਕਤੂਬਰ ਨੂੰ ਹੋਵੇਗੀ ਤੇ ਦੱਸ ਦਈਏ ਹੁਣ ਜਿਹੜਾ ਕੋਰਟ ਨੇ ਜਿਹੜਾ ਇਹ ਕਿਹਾ ਹੈ ਕਿ ਜਿਹੜੀ 10 ਦਿਨ ਦੀ ਛੁੱਟੀਆਂ ਹੈ ਕਿਉਂਕਿ ਹਾਈ ਕੋਰਟ ਦੇ ਵਿੱਚ ਤੇ ਇਸ ਦੌਰਾਨ ਜਿਹੜਾ ਹੈ ਜਿਹੜੀ ਰਿਪੋਰਟਸ ਡਰੱਗਸ ਤੋਂ ਸੰਬੰਧਿਤ ਦਿੱਤੀ ਗਈ ਹੈ ਉਹ ਜਿਹੜੀ ਹੈ ਪੜ੍ਹੀ ਜਾਣਗੀਆਂ, ਦੇਖਿਆ ਜਾਵੇਗਾ ਤੇ ਉਸ ਤੋਂ ਬਾਅਦ ਇਸ ਤੋਂ ਇਲਾਵਾ ਵਕੀਲਾਂ ਤੋਂ ਜਿਹੜੇ ਸੁਝਾਅ ਵੀ ਮੰਗੇ ਹੈ ਕਿ ਉਹ ਦੱਸਣ ਕਿ ਕਿਹੜੇ ਜਿਹੜੇ ਹੈ ਉਹ ਚਾਹੁੰਦੇ ਨੇ ਕਿ ਕਿਸ ਹਿਸਾਬ ਦੇ ਨਾਲ ਜਿਹੜੀ ਸੁਣਵਾਈ ਹੋਣ, ਕਿਉਂਕਿ ਇਸ ਮਾਮਲੇ ਦੇ ਵਿੱਚ ਕਈ ਐਪਲੀਕੇਸ਼ਨਸ ਲਗਾਈਆਂ ਗਈਆਂ ਨੇ ਤੇ ਕਈ ਜਿਹੜੀ ਹੈ ਇਸ ਵਿੱਚ ਰਿਪੋਰਟਸ ਵੀ ਜਿਹੜੀ ਹੈ ਉਹ ਵੱਖ-ਵੱਖ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਨੇ, ਚਾਹੇ ਉਹ STF ਦੀ ਹੋ, SIT ਦੀ ਹੋ, ED ਦੀ ਹੋ ਜਾਂ ਫਿਰ ਸੈਂਟਰ ਦੀ ਜਿੰਨੀ ਵੀ ਏਜੰਸੀਜ਼ ਹੋ। ਤੇ ਹੁਣ ਇਸ ਮਾਮਲੇ ਦੀ ਸੁਣਵਾਈ ਜਿਹੜੀ ਹੈ ਉਹ 26 ਅਕਤੂਬਰ ਨੂੰ ਹੋਵੇਗੀ। ਚੰਡੀਗੜ੍ਹ ਤੋਂ ਕੈਮਰਾ ਪਰਸਨ ਰਾਜੇਸ਼ ਦੇ ਨਾਲ ਪੂਜਾ ਵਰਮਾ, ETV ਭਾਰਤ।